ओके कुबेर केसरी लाइव देख रहे दोस्तों, ਤੁਹਾਡਾ ਇਸ ਲਾਈਵ ਦੇ ਵਿੱਚ ਸਵਾਗਤ ਹੈ। ਕੁਬੇਰ ਕੇਸਰੀ ਦੇ ਨਾਲ ਮੌਜੂਦ ਹਨ ਪੰਜਾਬ ਸਰਕਾਰ ਦੇ ਸਾਬਕਾ ਜੰਗਲਾਤ ਮੰਤਰੀ ਸ਼੍ਰੀ ਹੰਸਰਾਜ ਜੀ ਜੋਸਨ, ਜਿਨ੍ਹਾਂ ਕੋਲ ਇਸ ਸਮੇਂ ਜ਼ਿਲ੍ਹਾ ਪਲਾਨਿੰਗ ਬੋਰਡ ਫਾਜ਼ਿਲਕਾ ਦੀ ਚੇਅਰਮੈਨੀ ਹੈ। ਅੱਜ ਗੱਲ ਕਰਾਂਗੇ ਅਸੀਂ ਉਹਨਾਂ ਨਾਲ ਕਿ ਬੀਤੀ ਦਿਨੀ ਸਾਡਾ ਹਲਕਾ ਗੁਰੂ ਸਾਹਿਬ ਦੇ ਵਿੱਚ ਰਾਣਾ ਮਾਈਨਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਪਤਾ ਚੱਲਿਆ ਹੈ ਕਿ ਇਹਦੇ ਨਾਲ ਜੇਕਰ ਉਧਰ ਚੰਦ ਪਿੰਡਾਂ ਨੂੰ ਕੁਝ ਫਾਇਦਾ ਹੋਵੇਗਾ ਤਾਂ ਜਲਾਲਾ ਹਲਕੇ ਦੇ ਕਈ ਪਿੰਡਾਂ ਨੂੰ ਨੁਕਸਾਨ ਹੋਵੇਗਾ। ਤਾਂ ਜਾਣਦੇ ਹਾਂ ਉਹਨਾਂ ਦੇ ਵਿਚਾਰ। ਜੋਸਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਡੂਮੜਾ ਸਾਹਿਬ। ਅਤੇ ਆਪਾਂ ਗੱਲ ਕਰਾਂਗੇ ਰਾਣਾ ਮਾਈਨਰ ਬਾਰੇ। ਇਹਦਾ ਜਲਾਲਾ ਹਲਕੇ ਨੂੰ ਕੀ ਇਫੈਕਟ ਪਏਗਾ? ਗੱਲ ਇਹ ਡੂਮੜਾ ਸਾਹਿਬ ਵੀ ਜੋ ਜਲਾਲਾਬਾਦ ਦੀ MLA ਕੌਂਸਟੀਚੁਐਂਸੀ ਹੈ, ਇਹਦੇ 'ਚ ਮੇਨ ਜਿਹੜੀਆਂ 3 ਕਨਾਲਸ ਜਿਹੜੀਆਂ ਆਉਂਦੀਆਂ ਨੇ, ਤਕਰੀਬਨ ਲਗਭਗ ਜਿਹੜੀਆਂ ਪੌਣੇ 200 ਪਿੰਡਾਂ ਨੂੰ ਪਾਣੀ ਦਿੰਦੀਆਂ ਨੇ। ਔਰ ਉਹਦੇ 'ਚ ਜਿਹੜੀ ਨਿਜ਼ਾਮਬਾਦ ਸਿਸਟਮ ਹੈ, ਇਹਦੀ ਮੈਂ ਗੱਲ ਕਰਾਂ ਤਾਂ ਇਹ ਚਾਲੂ ਹੁੰਦੀ ਤਕਰੀਬਨ ਇੱਥੋਂ 70-80 ਕਿਲੋਮੀਟਰ ਦੂਰ ਜਾ ਕੇ ਚੁੱਗੇ ਪਿੰਡ ਦੇ ਕੋਲੋਂ। ਔਰ ਉਹ ਜਿਹੜੀ ਨਹਿਰ ਉਹ ਇੱਕ ਰੂਪ ਦੇ ਵਿੱਚ ਹੀ ਆ ਕੇ ਜਿਹੜਾ ਸਾਡੇ ਮਹੰਤਾਂ ਵਾਲਾ ਪਿੰਡ ਹੈ ਬੁੰਗੀ, ਉਹਨਾਂ ਤੱਕ ਆਉਂਦੀ। ਔਰ ਉਸ ਤੋਂ ਬਾਅਦ ਉਹਦੇ 'ਚ ਜਿਹੜੀਆਂ ਬ੍ਰਾਂਚਸ ਨਿਕਲੀਆਂ ਚਾਲੂ ਹੋ ਜਾਂਦੀਆਂ ਨੇ, ਜਿਹਦੇ ਵਿੱਚ ਕਿ ਸਾਡਾ ਇੱਕ ਉਹਦੇ 'ਚ ਫੈਜ਼ਬਾਦ ਸਿਸਟਮ ਹੈ। ਤਕਰੀਬਨ ਫੈਜ਼ਬਾਦ ਸਿਸਟਮ ਜਿਹੜਾ ਉਹ ਤਕਰੀਬਨ 30 ਪਿੰਡਾਂ ਨੂੰ ਪਾਣੀ ਦਿੰਦਾ ਹੈ। ਔਰ ਦੂਸਰਾ ਬਰਕਤਵਾ ਹੈ। ਬਰਕਤਵਾ ਤਕਰੀਬਨ 60 ਪਿੰਡਾਂ ਦੀ ਜਿਹੜੀ ਇਰੀਗੇਸ਼ਨ ਜਿਹੜੀ ਉਹ ਇਰੀਗੇਟ ਕਰਦਾ ਹੈ, ਪਾਣੀ ਦਿੰਦਾ ਹੈ। ਔਰ ਤੀਸਰਾ ਹੈ ਜਿਹੜਾ ਸਾਡਾ ਉਹਦੇ 'ਚ ਜਿਹੜਾ ਫੈਜ਼ਬਾਦ ਨਿਜ਼ਾਮਬਾਦ ਅਤੇ ਫੈਜ਼ਬਾਦ ਜਿਹੜੀ ਨਿਜ਼ਾਮਬਾਦ ਜਿਹੜੀ ਮੇਨ ਜਾਂਦੀ, ਜਿਹੜੀ ਟੇਲ ਜਾਂਦੀ ਇਸ ਇਲਾਕੇ ਦੇ ਵਿੱਚ, ਔਰ ਉਹਦੇ 'ਚ ਤਕਰੀਬਨ 15 ਪਿੰਡ ਆਉਂਦੇ ਨੇ। ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਜਦੋਂ ਮੈਂ ਇਸ ਇਲਾਕੇ ਦਾ MLA ਰਿਹਾ ਔਰ ਉਸ ਵੇਲੇ ਮੈਂ ਤਕਰੀਬਨ ਉਸ ਵੇਲੇ ਪਾਣੀ ਦਾ ਪ੍ਰਬੰਧ ਕਰਕੇ ਅਤੇ ਕਿਸੇ ਵੀ ਇਸ ਇਲਾਕੇ ਦੇ ਜ਼ਿਮੀਂਦਾਰ ਨੂੰ ਮੈਂ ਉਹਦੀ ਕਦੇ ਪਾਣੀ ਦੇ ਵਾਸਤੇ ਉਹਨੂੰ ਕਦੇ ਕਿਤੇ ਕੋਈ ਧਰਨੇ 'ਤੇ ਨਹੀਂ ਬਹਿਨਤਾ ਅਤੇ ਕਦੇ ਦਿੱਕਤ ਨਹੀਂ ਆਉਂਦੀ ਟੇਲਾਂ 'ਤੇ। ਜੇ ਕਿਤੇ 1 ਫੁੱਟ ਦੀ ਲੋੜ ਸੀ ਅਤੇ ਮੈਂ ਕੋਸ਼ਿਸ਼ ਕੀਤੀ ਕਿ ਟੇਲ ਨੂੰ ਜਿਹੜਾ 1.5 ਫੁੱਟ ਚਲਾਇਆ ਜਾਏ, ਔਰ ਚੱਲੀ ਹੈ। ਪਰ ਮੈਂ ਇਹ ਕਹਿ ਸਕਦਾ ਕਿ ਆ ਪੁਰਾਣੇ ਸਾਡੇ ਜਿਹੜੇ ਸਮਾਂ ਲੰਘਿਆ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ, ਕਿਉਂਕਿ ਸਾਡੇ ਸੁਖਬੀਰ ਸਿੰਘ ਬਾਦਲ ਜੀ ਇੱਥੋਂ ਦੇ MLA ਰਹੇ ਨੇ। ਔਰ ਜਦੋਂ ਉਹਨਾਂ ਨੇ ਚੋਣ ਲੜਨੀ ਹੁੰਦੀ ਸੀ ਤਾਂ ਉਸ ਸਾਲ ਨਹਿਰਾਂ ਦੇ ਵਾਸਤੇ ਪ੍ਰਬੰਧ ਕਰ ਦਿੰਦੇ ਸੀ ਔਰ ਟੇਲਾਂ ਚਲਾ ਦਿੰਦੇ ਸੀ। ਜਦੋਂ ਇਲੈਕਸ਼ਨ ਲੜ ਕੇ ਚਲੇ ਗਏ ਉਸ ਤੋਂ ਬਾਅਦ ਉਹ ਵੀ ਵਸਾਰ ਕੇ ਰੱਖ ਦਿੰਦੇ ਸੀ। ਆਹ ਤਕਰੀਬਨ 3.5 ਸਾਲ ਹੋ ਗਏ ਨੇ ਕਿ ਜਦੋਂ ਦੀ ਸਾਡੀ ਵੀ ਗਵਰਨਮੈਂਟ ਬਣੀ ਔਰ ਅਸੀਂ ਵੀ ਟੇਲਾਂ 'ਤੇ ਪਾਣੀ ਨਹੀਂ ਦੇ ਸਕੇ। ਇਹਨਾਂ ਲੋਕਾਂ ਨੂੰ ਕਦੇ ਪਾਣੀ ਨਹੀਂ ਮਿਲਿਆ, ਹਮੇਸ਼ਾ ਇਹ ਕਰਲਾਂਦੇ ਪਿੱਟਦੇ ਰਹਿ ਜਾਂਦੇ ਨੇ। ਪਰ ਜੋ ਮੇਰੇ ਧਿਆਨ ਦੇ ਵਿੱਚ ਆਇਆ ਕਿ ਪਰਸੋਂ ਜਿਹੜੇ ਸਾਡੇ ਪੰਜਾਬ ਦੇ ਸਪੋਰਟਸ ਮਿਨਿਸਟਰ ਨੇ ਰਾਣਾ ਗੁਰਜੀਤ ਸਿੰਘ ਸੋਢੀ, ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਜਿਹੜੇ ਕੁਛ ਆਪਣੇ ਚਹੇਂਦਿਆਂ ਨੂੰ ਕਹਿ ਲਓ, ਬੜੇ ਥੋੜ੍ਹੇ ਬੰਦੇ ਨੇ, ਔਰ 1-2 ਪਿੰਡਾਂ ਨੂੰ ਖੁਸ਼ ਕਰਨ ਦੇ ਵਾਸਤੇ ਇਹਨਾਂ ਜਿਹੜੀ ਤਕਰੀਬਨ ਸਾਡੇ ਜਿਹੜੇ 70-80 ਪਿੰਡ ਬੰਦੇ ਨੇ, ਇਹਨਾਂ ਦੀ ਪੇਟ 'ਤੇ ਜਿਹੜੀ ਲੱਤ ਮਾਰਨ ਵਾਲੀ ਗੱਲ ਹੈ। ਕਿਉਂਕਿ ਜੇ ਪੰਜਾਬ ਦੀ ਇੱਕ ਪਾਸੇ ਅਸੀਂ ਕਿਸਾਨੀ ਦੀ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ, ਇੱਕ ਪਾਸੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਉન્નਤ ਖੇਤੀ ਜਿਹੜੀ ਹੋਰ ਹੋਏ, ਅਤੇ ਦੂਜੇ ਪਾਸੇ ਜੇ ਅਸੀਂ ਉਹਨਾਂ ਨੂੰ ਪਾਣੀ ਅੱਗੇ ਨਹੀਂ ਦੇ ਸਕਦੇ ਅਤੇ ਹੋਰ ਜਿਹੜੇ ਨਹਿਰ ਦੇ ਵਿੱਚੋਂ ਨਹਿਰਾਂ ਬਣਾਉਣੀਆਂ ਚਾਲੂ ਕਰ ਦਈਏ, ਅਤੇ ਮੈਂ ਕਹਿੰਦਾ ਕਿ ਬੜੇ ਅਫਸੋਸ ਦੀ ਗੱਲ ਹੈ। ਮੈਂ ਇਹਦੇ ਬਾਰੇ ਜਿਹੜੀ ਅਧਿਕਾਰੀਆਂ ਦੇ ਨਾਲ ਵੀ ਪਰਸੋਂ ਗੱਲ ਕੀਤੀ। ਜਦੋਂ ਮੈਨੂੰ ਪਤਾ ਲੱਗਿਆ ਕਿ ਨਹਿਰ ਸੈਂਕਸ਼ਨ ਹੋ ਗਈ ਹੈ, ਕਈਆਂ ਨੂੰ ਕਹਿਤਾ ਕਿ ਕਈ ਕਹਿੰਦੇ ਕਿ ਸੈਂਕਸ਼ਨ ਹੋਈ, ਕਈ ਮੈਨੂੰ ਕਹਿਣ ਲੱਗੇ ਕਿ ਨਹੀਂ ਸੈਂਕਸ਼ਨ ਹੋਈ। ਔਰ ਉਸ ਤੋਂ ਬਾਅਦ ਮੈਂ ਪੰਜਾਬ ਦੇ ਜਿਹੜੇ ਇਰੀਗੇਸ਼ਨ ਮਿਨਿਸਟਰ ਨੇ ਸਾਡੇ ਸੁਖਵਿੰਦਰ ਸਿੰਘ ਸਰਕਾਰੀਆ ਜੀ, ਉਹਨਾਂ ਨੂੰ ਵੀ ਟੈਲੀਫੋਨ 'ਤੇ ਉਹਨਾਂ ਦੇ ਨਾਲ ਗੱਲ ਕੀਤੀ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਅਗਲੇ ਹਫ਼ਤੇ ਆ ਕੇ ਤੁਹਾਨੂੰ ਮਿਲਾਂਗਾ ਵੀ, ਕਿਉਂਕਿ ਇਸ ਨਹਿਰ ਨੂੰ ਸੈਂਕਸ਼ਨ ਨਾ ਕਰੋ। ਜੇਕਰ ਇਹ ਸੈਂਕਸ਼ਨ ਜਿਹੜੀ ਨਹਿਰ ਕਰ ਦਿੰਦੇ ਜੇ ਅਤੇ ਜਲਾਲਾਬਾਦ ਇਲਾਕਾ ਬਰਬਾਦ ਹੋ ਜਾਏਗਾ। ਮੈਂ ਆਪਣੇ ਰਮਿੰਦਰ ਆਵਲਾ ਜੀ ਇੱਥੋਂ ਦੇ MLA ਨੇ, ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਜੇ ਕਾਕਾ ਅਗਾਂਹ ਵੋਟਾਂ ਲੈਣੀਆਂ ਨੇ ਅਤੇ ਤੁਹਾਨੂੰ ਇਹਦੇ ਵਾਸਤੇ ਲੜਨਾ ਪਏਗਾ, ਤੁਹਾਨੂੰ ਲੜਾਈ ਲੜਨੀ ਪਏਗੀ। ਇਹਨਾਂ ਪਿੰਡਾਂ ਦੀ ਜਿਹੜੇ ਆ ਤਕਰੀਬਨ 70-80 ਪਿੰਡ ਨੇ। ਔਰ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਮੈਂ ਕਿਹਾ ਚਾਹੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਦੇ ਕੋਲੋਂ ਤੁਸੀਂ ਵੀ ਟਾਈਮ ਲੈ ਲਓ, ਮੈਂ ਵੀ ਲੈ ਲੈਣਾ, ਆਪਾਂ ਰਲ ਕੇ ਮਿਲ ਲੈਂਦੇ ਹਾਂ ਜਾਂ ਵੱਖਰੇ ਮਿਲ ਲੈਂਦੇ ਹਾਂ, ਕਿਉਂਕਿ ਚੀਫ ਮਿਨਿਸਟਰ ਸਾਹਿਬ ਦੇ ਦਿਮਾਗ ਦੇ ਵਿੱਚ ਔਰ ਇਹੋ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਨਹੀਂ ਲਿਆਉਂਦੇ, ਇਹ ਥੱਲੇ ਲੈਵਲ 'ਤੇ ਗੱਲਾਂ ਹੋ ਜਾਂਦੀਆਂ ਨੇ। ਔਰ ਉਹਦੇ ਵਾਸਤੇ ਜਾ ਕੇ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਖਾਲੀ ਨਹੀਂ ਮੋੜਨਗੇ।
ਦੂਸਰਾ, ਇਸ ਸਮੇਂ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਲੇਬਰ ਦੀ ਬੜੀ ਪ੍ਰੋਬਲਮ ਆ ਰਹੀ ਹੈ। ਅਸੀਂ ਚਾਹੇ ਉਹ ਇੰਡਸਟਰੀ ਲੈ ਲਈਏ, ਜਿਵੇਂ ਜਲੰਧਰ ਹੈ, ਜਲੰਧਰ ਸਾਰਾ ਸਪੋਰਟਸ ਇੰਡਸਟਰੀ ਹੈ, ਲੁਧਿਆਣਾ ਸਾਈਕਲ ਇੰਡਸਟਰੀ ਹੈ, ਅੰਮ੍ਰਿਤਸਰ ਵੀ ਆਪਣੀ ਕਿੰਨੀ ਇੰਡਸਟਰੀ ਹੈ, ਔਰ ਦੂਸਰਾ ਉਹ ਤੋਂ ਬਜਾਈ ਸ਼ੁਰੂ ਹੈ। ਇੱਕ ਮੈਨੂੰ ਉਹਨਾਂ ਨੇ ਆਪ ਦੇਖਿਆ ਔਰ ਇਸ ਵਾਰੀ ਵੀ ਉਹਨਾਂ ਨੇ ਜਦੋਂ, ਕਿਉਂਕਿ ਇੱਕ ਇਹੋ ਜਿਹੇ ਹਾਲਾਤ ਬਣ ਗਏ ਨੇ, ਜਿਹੜਾ ਕਰੋਨਾ 19 ਜਦੋਂ ਦਾ ਆਇਆ ਹੈ ਤੇ ਤਕਰੀਬਨ 4 ਮਹੀਨੇ ਹੋ ਗਏ ਨੇ, ਪੰਜਾਬ ਸਰਕਾਰ ਹੀ ਨਹੀਂ ਸਾਰਾ ਭਾਰਤ ਇਸ ਕੰਮ ਦੇ ਵਾਸਤੇ ਲੱਗਿਆ ਹੋਇਆ ਹੈ। ਤੇ ਡੂੰਬੜਾ ਸਾਹਿਬ ਖਾਸ ਤੌਰ ਤੇ ਜੋ ਮੈਂ ਜ਼ਿਕਰ ਕਰਨ ਲੱਗਿਆ ਕਿ ਜਦੋਂ ਕਿਤੇ ਇਹੋ ਜਿਹੀ ਡਿਸਟਰਬੈਂਸ ਹੋ ਜਾਂਦੀ, ਚਾਹੇ ਦੇਸ਼ ਦੇ ਵਿੱਚ ਇੰਟਰਨਲ ਐਮਰਜੈਂਸੀ ਵਰਗੇ ਹਾਲਾਤ ਬਣ ਜਾਣ ਤੇ ਚਾਹੇ ਐਕਸਟਰਨਲ ਐਮਰਜੈਂਸੀ ਦੇ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ, ਉਸ ਵੇਲੇ ਕੋਈ ਵੀ ਆਦਮੀ ਆਪਣੇ ਪਿੰਡ ਜਾਣਾ ਪਸੰਦ ਕਰਦਾ, ਚਾਹੇ ਉਹਨੂੰ ਰੋਟੀ ਮਿਲੇ ਜਾਂ ਨਾ ਮਿਲੇ। ਔਰ ਇਸ ਕਰਕੇ ਪੰਜਾਬ ਦੀ ਜਿਹੜੀ ਐਗਰੀਕਲਚਰ ਔਰ ਪੰਜਾਬ ਦੀ ਇੰਡਸਟਰੀ ਜਿਹੜੀ ਟੋਟਲ, ਜਿਹੜੇ ਸਾਡੀ ਬਾਹਰਲੀ ਸਟੇਟਾਂ ਤੋਂ ਸਤਿਕਾਰਯੋਗ ਮਜ਼ਦੂਰ ਆ ਕੇ ਜਿਹੜੇ ਇਹਨਾਂ ਨੂੰ ਸੰਭਾਲਦੇ ਸਨ, ਸਾਨੂੰ ਘਾਟਾ ਪਿਆ ਹੈ। ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਐਗਰੀਕਲਚਰ ਦੇ ਵਾਸਤੇ ਜੋ ਉਹਨਾਂ ਨੇ ਡਰਿੱਲਾਂ ਪ੍ਰੋਵਾਈਡ ਕੀਤੀਆਂ ਨੇ। ਜੇ ਕੋਈ ਲੇਡੀ ਲੈ ਗਈ ਜਿਹੜੀ ਐਗਰੀਕਲਚਰ ਕਰਦੀ, ਉਹਦੇ ਵਾਸਤੇ 70% ਦੀ ਉਹਨਾਂ ਨੇ ਸਬਸਿਡੀ ਦਾ ਵਿਵਸਥਾ ਰੱਖੀ ਹੈ, ਤੇ ਜੇ ਕੋਈ ਆਦਮੀ ਲਏਗਾ ਤਾਂ ਉਹਦੇ ਵਾਸਤੇ 50% ਦਾ ਰੱਖਿਆ। ਔਰ ਉਹਦੇ ਨਾਲ ਇੱਕ DSR ਜਿਹੜੇ ਸਿਸਟਮ ਹੈ, ਉਹ ਇੱਕ ਵੱਡੀ ਮਸ਼ੀਨ ਹੈ, ਉਹਦੇ ਵਾਸਤੇ ਵੀ ਉਹਨਾਂ ਨੇ ਸਬਸਿਡੀ ਦਾ ਪ੍ਰਬੰਧ ਕੀਤਾ। ਇਹ ਤਾਂ ਮਸ਼ੀਨੀ ਯੁੱਗ ਬਣ ਗਿਆ ਔਰ ਨਾ। ਤੀਜੇ ਗੱਲ ਕਰਦੇ ਹਾਂ ਲੇਬਰ ਦੀ। ਤੀਜੇ ਨੰਬਰ ਤੇ ਜੋ ਮੈਂ ਕਹਿਣਾ ਚਾਹਨਾ, ਕਿਉਂਕਿ ਸਾਨੂੰ ਪਹਿਲਾਂ ਹੀ ਖਤਰਾ ਹੋ ਗਿਆ ਸੀ ਕਿ ਸਾਡੀ ਝੋਨੇ ਦੀ ਬਿਜਾਈ ਜਿਹੜੀ ਨਹੀਂ ਹੋਣੀ, ਪਰ ਹੁਣ ਝੋਨੇ ਦੀ ਬਿਜਾਈ ਦੇ ਵਾਸਤੇ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਸਾਹਿਬ ਜਿਹੜੇ ਐਗਰੀਕਲਚਰ ਮਹਿਕਮਾ ਦੇਖਦੇ ਨੇ, ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਨੇ। ਉਹਨਾਂ ਨੇ DSR ਮਸ਼ੀਨਾਂ ਪ੍ਰੋਵਾਈਡ ਕੀਤੀਆਂ ਨੇ, ਮਸ਼ੀਨਾਂ ਜਿਹੜੀਆਂ ਦੂਜੀਆਂ ਬੀਜਣ ਵਾਲੀਆਂ ਪ੍ਰੋਵਾਈਡ ਕੀਤੀਆਂ ਨੇ। ਔਰ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਕਿ ਡਾਇਰੈਕਟ ਜਿਹੜੀ ਸੋਇੰਗ ਸਿਸਟਮ ਹੈ ਇਹਨਾਂ ਮਸ਼ੀਨਾਂ ਦੇ ਨਾਲ, ਇਹ ਪੰਜਾਬ ਦੇ ਵਿੱਚ ਤਕਰੀਬਨ 70% ਹੋ ਜਾਏਗਾ ਔਰ ਇਸ ਸਮੱਸਿਆ ਤੇ ਅਸੀਂ ਨਿਜਾਤ ਜਿਹੜੀ ਪਾ ਲਾਂਗੇ। ਚਲੋ, ਔਰ ਦੂਜੀ ਰਹਿ ਗਈ ਤੁਸੀਂ ਇੰਡਸਟਰੀ ਦੀ ਜਿਹੜੀ ਗੱਲ ਕਰ ਰਹੇ ਜੇ, ਕਿਉਂਕਿ ਇੰਡਸਟਰੀ ਦੇ ਵਾਸਤੇ ਵੀ ਸਾਨੂੰ ਕੋਈ ਨਾ ਕੋਈ ਕਰਨਾ ਪਏਗਾ। ਇਹਦੇ ਵਾਸਤੇ ਸਾਨੂੰ ਕੋਈ ਗਵਰਨਮੈਂਟ ਨੂੰ ਵੀ ਕੋਈ ਨਾ ਕੋਈ ਇਹੋ ਜਿਹੀ ਸਹੂਲਤ ਜਿਹੜੀ ਪ੍ਰੋਵਾਈਡ ਕਰਨੀ ਪੈਗੀ। ਤੇ ਨਾਲ ਜੋ ਉਹਨਾਂ ਨੇ, ਕਿਉਂਕਿ ਇੰਡਸਟਰੀ ਮਹਿਕਮਾ ਬਣਿਆ, ਇੰਡਸਟਰੀ ਦੇ ਵਜ਼ੀਰ ਨੇ, ਇੰਡਸਟਰੀ ਕਾਰਪੋਰੇਸ਼ਨਾਂ ਬਣੀਆਂ ਨੇ, ਉਹਨਾਂ ਦੇ ਸਾਰੇ ਚੇਅਰਮੈਨ ਲਾਏ ਨੇ, ਉਹ ਵੀ ਜਿਹੜੇ ਇੰਡਸਟਰੀਲਿਸਟਾਂ ਨਾਲ ਮੀਟਿੰਗ ਕਰਕੇ, ਕਿਉਂਕਿ ਉਹਨਾਂ ਦੇ ਵਾਸਤੇ ਖਾਸ ਕੋਈ ਲੇਬਰ ਦੇ ਵਾਸਤੇ ਅਸੀਂ ਬੋਨਸ ਦਾ ਉਹਨਾਂ ਨੂੰ ਸ਼ੋਰਟੀ ਦਵਾਵਾਂਗੇ ਤੇ ਤਾਂ ਉਹਨਾਂ ਲੇਬਰਾਂ ਨੂੰ ਜਿਹੜਾ ਲਿਆ ਕੇ ਫਿਰ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਸਰਗਰਮ ਕਰ ਸਕਾਂਗੇ। ਉਹਦੀ ਸਰਕਾਰ ਜਿਹੜੀ ਕਾਮਯਾਬ ਵੀ ਹੋਈ ਹੈ, ਕਿਉਂਕਿ ਕੁਝ ਜਿਹੜੇ ਮਜ਼ਦੂਰ ਅੱਜ ਹਟਣੇ ਚਾਲੂ ਹੋ ਗਏ ਨੇ। ਪਰ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਸਾਨੂੰ ਆ ਰਹੀ, ਕਿਉਂਕਿ ਜੋ ਆ COVID-19 ਚੱਲਿਆ ਹੈ, ਜਦੋਂ ਕਿਸੇ ਸਟੇਟ ਦੇ ਵਿੱਚ ਕੋਈ ਆਦਮੀ ਪ੍ਰਵੇਸ਼ ਕਰਦਾ ਹੈ ਤੇ ਜਾ ਕੇ ਰਹਿਣਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਉਹਨਾਂ ਨੇ ਸਮਾਂ ਰੱਖਿਆ। ਪਹਿਲਾਂ 14 ਦਿਨ ਰੱਖਿਆ ਸੀ, ਹੁਣ ਵੀ ਮੇਰੇ ਖਿਆਲ 9-10 ਦਿਨ ਦੇ ਵਾਸਤੇ, ਉਹਨੂੰ 21 ਦਿਨ ਦੇ ਵਾਸਤੇ ਜਿਹੜਾ ਉਹਨੂੰ ਕੋਰੀਡਨ ਕਰਦੇ ਨੇ। ਔਰ ਉਸ ਤੋਂ ਬਾਅਦ ਜਿਹੜਾ ਉਹਨੂੰ ਆਪਣੇ ਘਰਾਂ ਤੋਂ ਫ੍ਰੀ ਕਰਦੇ ਨੇ, ਕੋਈ ਕੰਮ ਕਰ ਸਕਦਾ ਹੈ। ਪਰ ਜੇ ਉਹ ਇੱਥੇ ਆ ਜਾਣਗੇ ਤਾਂ ਉਹਨਾਂ ਦੇ ਨਾਲ ਇੱਥੇ ਵੀ ਉਹਨਾਂ ਨੂੰ ਕਰਨਾ ਪਏਗਾ। ਇਸ ਕਰਕੇ ਸਾਨੂੰ ਧੱਕਾ ਜ਼ਰੂਰ ਲੱਗਿਆ, ਪਰ ਸਾਨੂੰ ਇਹ ਉਮੀਦ ਹੈ ਕਿ ਅਸੀਂ ਇਹਨੂੰ ਫਿਰ ਜਿਹੜਾ ਸਾਡੇ ਚੀਫ ਮਿਨਿਸਟਰ ਸਾਹਿਬ ਜਿਸ ਤਰੀਕੇ ਦੇ ਨਾਲ ਰਾਤ ਦਿਨ ਮੀਟਿੰਗਾਂ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦੇ ਨਾਲ ਯੋਗ ਅਧਿਕਾਰੀ ਨੇ, ਸੁਰੇਸ਼ ਕੁਮਾਰ ਜੀ ਉਹਨਾਂ ਦੇ ਚੀਫ, ਜਿਹੜੇ ਉਹਨਾਂ ਦੇ ਸੈਕਟਰੀ ਨੇ, ਇੱਕ ਇਹੋ ਜਿਹਾ ਸਾਰਾ ਸਿਸਟਮ ਬਣਿਆ ਹੋਇਆ ਔਰ ਮੈਂ ਸਮਝਦਾ ਕਿ ਉਹਦੇ ਤੇ ਵੀ ਜਲਦੀ ਕੰਟਰੋਲ ਕਰ ਲੈਣਗੇ ਔਰ ਪੰਜਾਬ ਦੀ ਇੰਡਸਟਰੀ ਵੀ ਚੱਲ ਜਾਏਗੀ। ਔਰ ਜਿੰਨਾ ਚਿਰ ਪੰਜਾਬ ਦੀ ਇੰਡਸਟਰੀ, ਕਿਉਂਕਿ ਪੰਜਾਬ ਦੀ ਇਕਨੋਮੀ ਦੇ ਵਿੱਚ ਅਸੀਂ ਜੇ 100% ਕਹਿੰਦੇ ਹਾਂ, ਉਹਦੇ 'ਚ 25% ਜਿਹੜਾ ਐਗਰੀਕਲਚਰ ਵਾਲੇ ਆਪਣੇ 25% ਤੋਂ ਵੀ ਜ਼ਿਆਦਾ ਆਪਣਾ ਯੋਗਦਾਨ ਪਾਉਂਦੇ ਨੇ, ਜਿਹੜਾ ਰੈਵਨਿਊ ਦਿੰਦੇ ਨੇ, ਚਾਹੇ ਉਹ ਡਾਇਰੈਕਟ ਰੂਪ ਦੇ ਵਿੱਚ ਔਰ ਚਾਹੇ ਇਨਡਾਇਰੈਕਟ ਦੇ ਰੂਪ ਦੇ ਵਿੱਚ। ਔਰ ਇਸ ਤਰੀਕੇ ਦੇ ਨਾਲ ਹੀ ਇੰਡਸਟਰੀ ਤੋਂ ਵੀ ਸਾਨੂੰ 25% ਆਮਦਨ ਆਉਂਦੀ। ਪੰਜਾਬ ਦਾ ਮਾਲੀਆ ਵੀ ਤਾਂ ਹੀ ਆਏਗਾ ਤੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਵੀ ਤਾਂ ਹੀ ਮਿਲੇਗਾ। ਦੂਸਰਾ, ਜਿਹੜਾ ਸੈਂਟਰਲ ਗਵਰਨਮੈਂਟ ਨੇ ਪੈਡੀ ਦੀ MSP ਸਿਰਫ 56 ਰੁਪਏ ਕੀਤੀ ਹੈ ਔਰ ਚਾਰੇ ਪਾਸੇ ਇਹੀ ਆਵਾਜ਼ ਉੱਠ ਰਹੀ ਹੈ ਕਿ ਇਹਨੂੰ ਦੁਬਾਰਾ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਮਿਨੀਮਮ 200 ਰੁਪਏ ਪਰ ਕੁਇੰਟਲ ਇਹ ਇਨਕਰੀਜ਼ ਕਰਨੀ ਚਾਹੀਦੀ ਹੈ। ਬਿਲਕੁਲ, ਮੈਂ ਇਸ ਗੱਲ ਦੇ ਨਾਲ ਤੁਹਾਡੀ ਨਾਲ ਸਹਿਮਤ ਹਾਂ, ਕਿਉਂਕਿ 53-54 ਜਿਹੜੇ ਪੈਸੇ ਰੁਪਈਏ ਵਧਾ ਕੇ ਇਹ ਸਹੀ ਮਾਇਨੇ ਦੇ ਵਿੱਚ ਜਿਹੜਾ ਹਿੰਦੁਸਤਾਨ ਦੇ ਜ਼ਿਮੀਂਦਾਰਾਂ ਦੇ ਨਾਲ ਇੱਕ ਮਜ਼ਾਕ ਵਾਲੀ ਗੱਲ ਕੀਤੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ। ਇੱਕ ਪਾਸੇ ਜ਼ਿਮੀਂਦਾਰਾ ਜਿਹੜਾ ਸਾਡਾ ਫੇਲ ਹੋਣ ਦੇ ਵੱਲ ਜਾ ਰਿਹਾ, ਦੂਜੇ ਪਾਸੇ ਜਿਹੜਾ COVID-19 ਨੇ ਆ ਕੇ ਜਿਹੜੇ ਹਿੰਦੁਸਤਾਨ ਦੇ ਵਿੱਚ ਪੈਰ ਪਸਾਰੇ ਨੇ, ਤੇ ਜ਼ਿਮੀਂਦਾਰ ਆਪਣਾ ਜੋਖਮ ਲੈ ਕੇ ਜਦੋਂ ਖੇਤਾਂ ਦੇ ਵਿੱਚ ਜਾਂਦਾ ਹੈ ਤੇ ਜੇਕਰ ਉਹਨੂੰ ਉਹਦਾ ਬੰਦਾ ਜਿਹੜਾ ਉਹਨੂੰ ਉਹਦੇ ਵਾਸਤੇ ਜੋ ਲੇਬਰ ਕਰਦਾ, ਜੋ ਉਹਦੇ ਤੋਂ ਉਹਦੇ ਖਰਚ ਆਣੇ ਨੇ, ਉਹ ਵੀ ਪੂਰਾ ਨਾ ਹੋਣ, ਇਸ ਕਰਕੇ ਜ਼ਿਮੀਂਦਾਰ ਦੇ ਵਿੱਚ ਬੜੀ ਵੱਡੀ ਨਿਰਾਸ਼ਾ ਹੈ। ਔਰ ਮੈਂ ਜੋ ਇਹਨਾਂ ਨੇ ਭਾਰਤ ਸਰਕਾਰ ਨੇ ਜੋ ਉਹਨਾਂ ਨੇ ਨਿਰਧਾਰਿਤ ਕੀਤਾ, ਜਿਹੜੀ ਇਨਕਰੀਜ਼ ਕੀਤਾ 54%,
ਉਹਨੂੰ ਬਿਲਕੁਲ ਜਿਹੜਾ ਰਿਜੈਕਟ ਕਰਨਾ, ਔਰ ਮੁੱਖ ਮੰਤਰੀ ਸਾਡੇ ਜਿਹੜੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ, ਇਹਨਾਂ ਨੂੰ ਘੱਟੋ ਘੱਟ ਇਹਦਾ 200 ਰੁਪਈਆ ਔਰ ਕੋਸ਼ਿਸ਼ ਕਰਨੀ ਚਾਹੀਦੀ ਕਿ 200 ਰੁਪਈਏ ਨਾਲੋਂ ਵੀ ਕੁਇੰਟਲ ਦੇ ਨਾਲੋਂ ਜ਼ਿਆਦਾ ਜਿਹੜਾ ਝੋਨੇ ਦਾ ਰੇਟ ਜਿਹੜਾ ਵਧਾਇਆ ਜਾਏ, ਤਾਂ ਕਿ ਘੱਟੋ ਘੱਟ ਜਿਹੜਾ ਕੋਵਿਡ ਦੇ ਵਿੱਚ ਇੱਕ ਇਹੋ ਜਿਹਾ ਰੈਸੈਸ਼ਨ ਆਇਆ ਹੈ, ਉਹਦੇ ਜ਼ਿਮੀਂਦਾਰ ਉੱਭਰ ਸਕੇ ਔਰ ਜ਼ਿਮੀਂਦਾਰ ਦੀ ਅਸੀਂ ਉਹਨਾਂ ਨੂੰ ਆਪਾਂ ਨੂੰ ਫਿਰ ਪੈਰਾਂ 'ਤੇ ਖੜਾ ਕਰ ਸਕੀਏ। ਇੱਕ ਹੋਰ ਮੰਤਰੀ ਸਾਹਿਬ ਬੜਾ ਵੱਡਾ ਸਵਾਲ ਹੈ ਕਿ ਪਿਛਲੇ 15 ਦਿਨਾਂ ਵਿੱਚ ਕਰੀਬ 1 ਲੱਖ ਪੇਸ਼ੈਂਟ ਕਰੋਨਾ ਦੇ ਇੰਡੀਆ ਦੇ ਵਿੱਚ ਵੱਧ ਗਏ ਨੇ, ਔਰ ਅਸੀਂ ਰੋਜ਼ ਵੇਖਦੇ ਹਾਂ ਪੰਜਾਬ ਦੇ ਵਿੱਚ ਕਿੰਨੇ ਰੋਜ਼ ਪੇਸ਼ੈਂਟ ਵੱਧ ਰਹੇ ਹਨ, ਕਰੀਬ ਰੋਜ਼ 2 ਮੌਤਾਂ ਹੋ ਰਹੀਆਂ ਹਨ। ਪਰ ਇਸ ਦੇ ਬਾਵਜੂਦ ਵੀ ਇੰਨੀ ਰਹਿ ਦਿੱਤੀ ਗਈ ਹੈ, ਲੋਕ ਵੀ ਪੂਰੇ ਬੇਪਰਵਾਹ ਨੇ। ਕੀ ਇਹਦਾ ਆਉਣ ਵਾਲੇ ਸਮੇਂ ਵਿੱਚ ਕੋਈ ਸੋਲੂਸ਼ਨ ਹੋਏਗਾ? ਨਾ ਤਾਂ ਇਹ ਵੈਕਸੀਨ ਕੋਈ ਹੈਗੀ, ਤੇ ਇਹਦਾ ਕੰਟਰੋਲ ਕਰਨ ਦੇ ਵਾਸਤੇ ਜਾਂ ਲੋਕਾਂ ਨੂੰ ਤੁਸੀਂ ਕੀ ਸੁਝਾਅ ਦਿਓਗੇ? ਮੈਂ ਤਾਂ ਡੂਮੜਾ ਸਾਹਿਬ ਇਹੀ ਕਹਿਣਾ ਚਾਹਨਾ, ਕਿਉਂਕਿ ਪ੍ਰਸ਼ਾਸਨ ਨੇ ਲਗਾਤਾਰ 2 ਮਹੀਨੇ ਆਪਣਾ ਲੋਕਡਾਊਨ ਕਰਕੇ ਕਰਫਿਊ ਲਗਾ ਕੇ ਲੋਕਾਂ ਨੂੰ ਟ੍ਰੇਨਿੰਗ ਦੇਣ ਦੇ ਨਾਲੋਂ ਜਿਹੜਾ ਉਹਨਾਂ ਨੇ ਘੱਟ ਨਹੀਂ ਕੀਤੀ। ਔਰ ਹੁਣ ਵੀ ਉਹਨਾਂ ਨੇ ਜਿਹੜਾ ਚੀਫ ਮਿਨਿਸਟਰ ਸਾਹਿਬ ਨੇ, ਸਾਡੀ ਗਵਰਨਮੈਂਟ ਨੇ ਜੋ ਉਹਨਾਂ ਨੇ ਫਤਿਹ ਮਿਸ਼ਨ ਬਣਾਇਆ ਹੈ, ਉਹ ਸਾਰੇ ਅਧਿਕਾਰੀਆਂ ਦਾ ਜਿਹੜੀ ਉਹਨਾਂ ਨੇ ਡਿਊਟੀ ਲਾਈ ਕਿ ਜਾ ਕੇ ਲੋਕਾਂ ਨੂੰ ਟ੍ਰੇਨਿੰਗ ਦਿਓ, ਲੋਕ ਜੁੜਨ ਨਾ, ਇੱਕ ਦੂਜੇ ਨੂੰ ਜੱਫੀ ਪਾ ਕੇ ਨਾ ਮਿਲਣ, ਇੱਕ ਦੂਜੇ ਦੇ ਨਾਲ ਹੱਥ ਨਾ ਮਿਲਾਉਣ, ਔਰ ਲੋਕ ਇੱਕ ਦੂਜੇ ਦੇ ਨਾਲ ਦੂਰੀ ਬਣਾਈ ਰੱਖਣ। ਕਿਉਂਕਿ ਜਿੰਨਾ ਚਿਰ ਇਹਦਾ ਵੈਕਸੀਨ ਨਹੀਂ ਆਉਂਦੀ, ਉਹਨਾਂ ਚਿਰ ਇਹਦਾ ਕੋਈ ਇਲਾਜ ਨਹੀਂ, ਉਹਨਾਂ ਚਿਰ ਪਰਮਾਨੈਂਟ ਕੋਈ ਇਲਾਜ ਨਹੀਂ। ਉਹਨਾਂ ਚਿਰ ਜੇ ਅਸੀਂ ਆਪਣੇ ਆਪ ਨੂੰ ਬਚਾ ਲਾਂਗੇ, ਮੈਂ ਸਮਝਦਾ ਕਿ ਆਪਣੇ ਆਪ ਨੂੰ ਬਚਾਉਣ ਦੀ ਨਿਰੀ ਗੱਲ ਨਹੀਂ, ਇਹ ਅਸੀਂ ਦੂਸਰੇ ਦਾ ਵੀ ਭਲਾ ਕਰ ਰਹੇ ਹਾਂ। ਔਰ ਸਾਨੂੰ ਉਹਦੇ 'ਚ ਸਾਰਿਆਂ ਨੂੰ ਜਾ ਕੇ ਜਿਹੜੇ ਕੋਈ ਵੀ ਸਾਡੇ ਸਮਾਜ ਦੇ, ਚਾਹੇ ਪਿੰਡਾਂ ਦੇ ਸਰਪੰਚ ਨੇ, ਚਾਹੇ ਮਿਊਨਿਸਪਲ ਕਮੇਟੀਆਂ ਦੇ ਪ੍ਰਧਾਨ ਨੇ, ਚਾਹੇ ਸਾਡੇ ਵਾਰਡ ਦੇ ਪ੍ਰੀਸ਼ਦ ਨੇ, ਚਾਹੇ ਸਾਡੇ ਪੰਚਾਇਤ ਮੈਂਬਰ ਨੇ, ਔਰ ਚਾਹੇ ਸਾਡੀ ਐਡਮਿਨਿਸਟ੍ਰੇਸ਼ਨ ਨੇ, ਔਰ ਚਾਹੇ ਸਾਡੇ ਹੋਰ ਜਿੰਨੇ ਜਿਹੜੇ ਅਫਸਰ ਲੋਕ ਬਣਦੇ ਨੇ, ਇਹਨਾਂ ਸਾਰਿਆਂ ਨੂੰ ਜਾ ਕੇ ਲੋਕਾਂ ਨੂੰ, ਕਿਉਂਕਿ ਸਰਕਾਰਾਂ ਇਕੱਲੀਆਂ ਕੁਝ ਨਹੀਂ ਕਰ ਸਕਦੀਆਂ, ਸਰਕਾਰਾਂ ਦੇ ਨਾਲ ਜੇ ਲੋਕ ਉਹਦੀ ਮੂਵਮੈਂਟ ਬਣਨਗੇ, ਲੋਕ ਇਸ ਗੱਲ ਨੂੰ ਜੋ ਉਹਨਾਂ ਨੇ 2 ਮਹੀਨੇ 2.5 ਮਹੀਨੇ ਕੀਤਾ, ਇਸ ਗੱਲ ਨੂੰ ਲੈ ਕੇ ਚੱਲਣਗੇ, ਤੇ ਮੈਂ ਸਮਝਦਾ ਕਿ ਅਗਲੇ ਮਹੀਨਿਆਂ ਦੇ ਵਿੱਚ ਵੀ ਇਸ ਬਿਮਾਰੀ ਦੇ ਜਿਹੜੀ ਇਹਨੂੰ ਘੱਟ ਕੀਤਾ ਜਾ ਸਕਦਾ। ਤੇ ਪਰਮਾਤਮਾ ਕਰੇਗਾ ਕੋਈ 2-3 ਮਹੀਨਿਆਂ ਤੱਕ ਵੈਕਸੀਨ ਆ ਜਾਏਗੀ, ਤੇ ਫਿਰ ਦੁਨੀਆ ਨੂੰ ਇਸ ਜਿਹੜੀ ਮਹਾਮਾਰੀ ਤੋਂ ਜਿਹੜਾ ਬਚਾ ਲਏਗਾ, ਇਹੋ ਹੀ ਉਮੀਦ ਕੀਤੀ ਜਾਂਦੀ। ਇਹ ਸਨ ਸਾਬਕਾ ਜੰਗਲਾਤ ਮੰਤਰੀ ਸ਼੍ਰੀ ਹੰਸਰਾਜ ਜੋਸਨ ਜੀ, ਜਿਨ੍ਹਾਂ ਨੇ ਜੇਕਰ ਗੱਲ ਕੀਤੀ ਰਾਣਾ ਮਾਈਨਰ ਦੀ, ਤਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਹਲਕੇ ਦੇ ਨਾਲ ਦੂਸਰੇ ਹਲਕੇ ਨੂੰ ਕਿੰਨਾ ਨੁਕਸਾਨ ਹੈ। ਇਸ ਤੋਂ ਇਲਾਵਾ ਲੇਬਰ ਬਾਰੇ ਉਹਨਾਂ ਨੇ ਦੱਸਿਆ। ਤੀਸਰਾ MSP ਬਾਰੇ ਵੀ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਕਿ ਪੰਜਾਬ ਦੇ ਭਾਰਤ ਦੇ ਮੁੱਖ ਮੰਤਰੀ ਨੂੰ 200 ਰੁਪਏ ਪਰ ਕੁਇੰਟਲ ਜ਼ਰੂਰ ਪੈਡੀ ਦੀ MSP ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਰਨੀ ਚਾਹੀਦੀ ਹੈ। ਅਤੇ ਉਹਨਾਂ ਨੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ, ਕਰੋਨਾ ਦੇ ਹਾਲਾਤਾਂ ਨੂੰ ਦੇਖਦੇ ਹੋਏ, ਸਾਡੇ ਆਮ ਜਨਤਾ ਨੂੰ ਵੀ ਪੂਰੀ ਤਰ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਸੇਫਟੀ ਹੋਣੀ ਹੈ, ਆਦੇ ਆਪ ਨੂੰ ਜਾਗਰੂਕ ਹੋਣਾ ਹੈ, ਆਦੇ ਆਪ ਨੂੰ ਬਚਾਉਣਾ ਹੈ। ਜਲਾਲਾਬਾਦ ਤੋਂ ਅਤੁਲ ਹੋਜਾ ਪਾਰਸ ਮੈਦਾਨ ਦੇ ਨਾਲ ਮੈਂ ਸੰਜੀਵ ਦੁਮੜਾ, ਕੁਬੇਰ ਕੇਸਰੀ।